तिहारी हम ना सकत कर तुम्हारी। आप ले हो तुम कथा सुधारी। हम अवगुण भरे एक गुण नाहि। अमृत छाड़ बिख खाई। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। एह मिलंत जम त्रास मिटाई। एक अरदास भाट कीरत की। गुर रामदास राखो सरनाई। सज्जन सज्जा बादशाहो। सिर साहादै साहो। जिस पास बैठिया सोहियै। सबना दा विसाहो। जिस पास बैठिया सोहियै। सबना दा विसाहो। ਅਮਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਰਬੱਤ ਸੰਗਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਚਰਨ ਸ਼ਰਨ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਰਾਗੀ ਸਿੰਘਾਂ ਦੇ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਸਾਰੀ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ, ਮੁਖ ਕਰੋ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਸ਼ਬਦ ਅੰਦਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਤਿਗੁਰੂ ਦੀ ਕੀ ਮਹਿਮਾ ਹੈ, ਸਤਿਗੁਰੂ ਦੀ ਕਿੰਨੀ ਵੱਡੀ ਤਾਕਤ ਹੈ, ਇਹਦਾ ਜ਼ਿਕਰ ਕੀਤਾ ਹੈ। ਔਰ ਦੂਜਾ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਕੀਤਾ ਹੈ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਜੋ ਸਾਧੂਆਂ ਦੀ ਸੰਗਤ ਹੈ, ਗੁਰਮੁਖਾਂ ਦੀ ਸੰਗਤ ਹੈ, ਇਹਦੀ ਕਿੱਡੀ ਵੱਡੀ ਭਾਰੀ ਮਹਿਮਾ ਹੈ। ਇਹ ਵੀ ਸਤਿਗੁਰੂ ਕਹਿੰਦੇ ਸਰਵਣ ਕਰ ਲਓ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜਿਹੜੀ ਸੰਗਤ ਕੀਰਤਨ ਸੁਣੇ, ਗੁਰਬਾਣੀ ਸੁਣੇ, ਕਥਾ ਵਿਚਾਰ ਸਰਵਣ ਕਰੇ, ਗੁਰੂ ਹਜ਼ੂਰੀ ਵਿੱਚ ਬੈਠ ਕਰਕੇ ਉਹਨੂੰ ਹੀ ਸੰਗਤ ਦਾ ਦਰਜਾ ਦਿੱਤਾ ਜਾਂਦਾ ਹੈ। ਇਹ ਗੁਰੂ ਸੰਗਤ ਹੈ, ਇਹ ਸਤਿਗੁਰੂ ਦੀ ਸਾਧ ਸੰਗਤ ਹੈ, ਸਤ ਸੰਗਤ ਹੈ। ਭਾਈ ਸਾਹਿਬ ਜੀ ਤਾਂ ਇੱਥੋਂ ਤੱਕ ਜ਼ਿਕਰ ਕਰਦੇ ਨੇ, ਕਹਿਣ ਲੱਗੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਕੇਵਲ ਇੱਕ ਸਿੱਖ ਹੁੰਦਾ, ਜਦੋਂ ਦੋ ਸਿੱਖ ਆਪਸ ਵਿੱਚ ਮਿਲ ਜਾਣ ਤੇ ਉਹ ਸਾਧ ਸੰਗਤ ਹੋ ਜਾਂਦੀ ਹੈ।
ਤੇ ਜਦੋਂ ਪੰਜ ਮਿਲ ਜਾਣ ਤੇ ਉਦੋਂ ਫਿਰ ਤਾਂ ਪਰਮੇਸ਼ਰ ਦਾ ਸਥਾਨ ਹੀ ਬਣ ਜਾਂਦਾ ਹੈ। ਤੇ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਨਿਜ ਘਰ ਮੇਰੋ ਸਾਧ ਸੰਗ। ਮੇਰਾ ਪ੍ਰਮਾਤਮਾ ਦਾ ਘਰ ਕਿਹੜਾ ਹੈ? ਸਾਧ ਸੰਗਤ ਹੀ ਹੈ। ਅਸੀਂ ਰੋਜ਼ਾਨਾ ਇਹ ਸ਼ਬਦ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਰਹਿਰਾਸ ਸਾਹਿਬ ਦੇ ਵਿੱਚ ਵੀ, ਜਪਜੀ ਸਾਹਿਬ ਦੇ ਵਿੱਚ ਵੀ। ਸਤਿਗੁਰੂ ਕਹਿੰਦੇ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਭ ਸੰਭਾਲੇ। ਮਹਾਰਾਜ ਸਾਹਿਬ ਜੀ, ਉਹ ਤੇਰਾ ਘਰ ਕਿੱਥੇ ਹੈ? ਉਹ ਤੇਰਾ ਦਰਵਾਜ਼ਾ ਕਿੱਥੇ ਹੈ? ਜਿੱਥੇ ਤੁਸੀਂ ਬੈਠ ਕਰਕੇ ਸਾਰੀ ਲੁਕਾਈ ਨੂੰ, ਇਸ ਸੰਸਾਰ ਦੀ ਸੰਭਾਲ ਕਰਦੇ ਹੋ। ਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਪ੍ਰਮਾਤਮਾ ਦਾ ਘਰ ਸੰਗਤ ਵੀ ਹੈ। ਸੰਗਤ ਦੇ ਵਿੱਚ ਵੀ ਪ੍ਰਮਾਤਮਾ ਜੀ ਵਸਦੇ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ। ਪ੍ਰਮਾਤਮਾ ਦਾ ਵਾਸਾ ਹੈ। ਦੂਜੀ ਸਾਧ ਸੰਗਤ ਵਿਚਾਰ ਇਹ ਬਣਦੀ ਹੈ ਕਿ ਸੰਸਾਰ ਦੇ ਵਿੱਚ ਲੋਕ ਬੜੇ ਬੜੇ ਇਕੱਠ ਕਰਦੇ ਨੇ, ਲੀਡਰ ਲੋਕ ਰੈਲੀਆਂ ਕਰਦੇ ਨੇ, ਲੱਖਾਂ ਦਾ ਇਕੱਠ ਵੀ ਹੋ ਜਾਂਦਾ ਹੈ। ਉਹਨੂੰ ਅਸੀਂ ਸੰਗਤ ਨਹੀਂ ਕਹਿ ਸਕਦੇ, ਉਹਨੂੰ ਅਸੀਂ ਗੁਰੂ ਦੀ ਸੰਗਤ ਨਹੀਂ ਕਹਿ ਸਕਦੇ, ਸਾਧ ਸੰਗਤ ਨਹੀਂ ਕਹਿ ਸਕਦੇ। ਕਾਰਨ ਕੀ ਹੈ? ਉਹ ਕੇਵਲ ਇੱਕ ਦੁਨਿਆਵੀ ਇਕੱਠ ਹੈ। ਜਿੱਥੇ ਪ੍ਰਮਾਤਮਾ ਦੀ ਗੱਲ ਹੁੰਦੀ ਹੈ, ਰੱਬ ਦੇ ਘਰ ਦੀ ਗੱਲ ਹੁੰਦੀ ਹੈ, ਪ੍ਰਭੂ ਦੇ ਪਿਆਰਿਆਂ ਦੇ ਗੁਣ ਗਾਇਨ ਕੀਤੇ ਜਾਂਦੇ ਨੇ, ਉੱਥੇ ਮਹਾਰਾਜ ਕਹਿੰਦੇ ਸੰਗਤ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਸੰਗਤ ਕਿਸ ਨੂੰ ਕਿਹਾ ਜਾਂਦਾ? ਮਹਾਰਾਜ ਕਹਿੰਦੇ, ਜਿੱਥੇ ਕੇਵਲ ਇੱਕ ਪ੍ਰਮਾਤਮਾ ਦੇ ਨਾਮ ਦੀ ਵਿਆਖਿਆ ਹੁੰਦੀ ਹੈ, ਨਾਮ ਦੀ ਗੱਲ ਚੱਲਦੀ ਹੈ, ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਚਾਰ ਪ੍ਰਕਾਰ ਦੀ ਸਾਧ ਸੰਗਤ ਹੈ। ਇੱਕ ਤਾਂ ਸੰਗਤ ਜਿੱਥੇ ਸਾਧ ਸੰਗਤ ਕੇਵਲ ਦੁਨਿਆਵੀ ਲੋਕ ਹੀ ਬੈਠਦੇ ਹੋਣ, ਜਿਹਨੂੰ ਆਪਾਂ ਸਭਾ ਵੀ ਕਹਿ ਦਈਏ। ਦੂਜੀ ਹੈ ਸਾਧ ਸੰਗਤ ਜਿੱਥੇ ਭਲੇ ਪੁਰਸ਼ ਬੈਠਦੇ ਨੇ, ਗੁਰਮੁਖ ਜਨ ਬੈਠਦੇ ਹਨ, ਗੁਣਾਂ ਦੀ ਗੱਲ ਕਰਦੇ ਨੇ, ਜਿਨ੍ਹਾਂ ਦੀ ਸੰਗਤ ਕਰਕੇ ਗੁਣ ਧਾਰਨ ਕੀਤੇ ਜਾਣ। ਇੱਕ ਹੈ ਕੁਸੰਗਤ, ਭਾਵ ਕੇ ਮਾੜੀ ਸੰਗਤ, ਖੋਟੀ ਸੰਗਤ, ਜਿੱਥੇ ਬੈਠ ਕਰਕੇ ਦੁਨੀਆ ਦੇ ਭੈੜੇ ਔਗਣ, ਦੁਨੀਆ ਦੀਆਂ ਭੈੜੀਆਂ ਅਲਾਮਤਾਂ, ਨਸ਼ੇ, ਵਿਕਾਰ ਇਹ ਸਰੀਰ ਦੇ ਵਿੱਚ ਵੜ ਜਾਣ, ਬੰਦਾ ਧਾਰਨ ਕਰ ਲਵੇ, ਜਿਨ੍ਹਾਂ ਦੀ ਸੰਗਤ ਕਰਕੇ ਉਹਨੂੰ ਕਹਿੰਦੇ ਨੇ ਕੁਸੰਗਤ। ਕਬੀਰ ਸਾਹਿਬ ਜੀ ਨੇ ਇਸੇ ਵਾਸਤੇ ਕਿਹਾ ਹੈ, ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੈ ਨਿਰਬਾਹੋ। ਕਹਿਣ ਲੱਗੇ, ਸਾਧੂਆਂ ਦੀ ਸੰਗਤ ਕਰਿਆ ਕਰ, ਤੇਰਾ ਅੰਤ ਵੇਲੇ ਛੁਟਕਾਰਾ ਹੋ ਜਾਏਗਾ। ਸਾਖਤ ਸੰਗ ਨਾ ਕੀਜੀਐ, ਤਾਤੇ ਹੋਏ ਬਿਨਾਹੋ। ਜੇਕਰ ਸਾਖਤਾਂ ਦੀ, ਖੋਟੇ ਪੁਰਸ਼ਾਂ ਦੀ, ਭੈੜਿਆਂ ਦੀ ਸੰਗਤ ਕਰੇਗਾ, ਤੇਰਾ ਨਾਸ਼ ਹੋ ਜਾਏਗਾ। ਤੇ ਸਾਧ ਸੰਗਤ ਚੌਥਾ ਦਰਜਾ ਹੈ ਸਤ ਸੰਗਤ। ਸਤ ਦਾ ਭਾਵ ਹੈ ਕਿ ਸੱਚ। ਜਿਸ ਸੰਗਤ ਵਿੱਚ, ਜਿਸ ਵਿੱਚ ਤੁਸੀਂ ਬੈਠ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਓ, ਸੱਚ ਦੀ ਪ੍ਰਾਪਤੀ ਹੋ ਜਾਏ, ਆਪ ਜੀ ਨੂੰ ਆਤਮਾ ਪਰਮਾਤਮਾ ਦੀ ਸਮਝ ਪੈ ਜਾਏ, ਸੱਚ ਦਾ ਪਤਾ ਲੱਗ ਜਾਏ, ਉਹ ਹੈ ਸਤ ਸੰਗਤ। ਤੇ ਸਤਿਗੁਰੂ ਕਹਿੰਦੇ ਨੇ, ਫਿਰ ਐਸੇ ਗੁਰਮੁਖਾਂ ਦੀ ਕੀਤੀ ਹੋਈ ਸਤ ਸੰਗਤ, ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਕਿੰਨਾ ਵੱਡਾ ਫਲ ਹੈ। ਗੁਰਬਾਣੀ ਦੇ ਸਿਧਾਂਤ ਅਨੁਸਾਰ ਤੇ ਮਹਾਰਾਜ ਸਮਝਾਉਂਦੇ ਨੇ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਸਮਝ ਲਵੋ। ਸੌਖਾ ਹੀ ਸਤਿਗੁਰੂ ਨੇ ਸਮਝਾਇਆ ਹੈ। ਮਹਾਰਾਜ ਕਹਿੰਦੇ, ਜਿਸ ਤਰ੍ਹਾਂ ਜੰਗਲ ਦੇ ਵਿੱਚ ਬਾਵਨ ਚੰਦਨ ਦੀ ਸੰਗਤ ਕਰਕੇ ਕੌੜੇ ਦਰਖਤ, ਜਿਹੜੇ ਨਿੰਮ ਦਰਖਤ ਹੈ, ਇਹ ਵੀ ਚੰਦਨੀ ਬਣ ਜਾਂਦੇ ਹਨ। ਇਹਨਾਂ ਦੇ ਵਿੱਚ ਵੀ ਸੁਗੰਧੀ ਦਾ ਗੁਣ ਪੈਦਾ ਹੋ ਜਾਂਦਾ ਹੈ, ਵੀ ਸੁਗੰਧੀ ਦੇਣ ਲੱਗ ਪੈਂਦੇ ਨੇ। ਇਵੇਂ ਗੁਰਮੁਖ ਦੀ ਸੰਗਤ ਕਰਕੇ, ਸਤਿਗੁਰੂ ਦੀ ਸੰਗਤ ਕਰਕੇ ਵੀ ਸਾਡੇ ਵਿੱਚ ਗੁਣ ਪੈਦਾ ਹੋ ਜਾਂਦੇ ਨੇ।
ਔਰ ਇਸ ਸੰਗਤ ਦੇ ਜਰੀਏ ਸਾਧ ਸੰਗਤ ਮਹਾਰਾਜ ਕਹਿੰਦੇ ਨੇ ਜਿਵੇਂ ਪਾਰਸ ਦੀ ਵੱਟੀ ਦੇ ਨਾਲ ਲੋਹਾ ਛੂ ਜਾਵੇ, ਉਹ ਲੋਹਾ ਵੀ ਕਿਹੜਾ ਜਿਹੜਾ ਸਾਧ ਸੰਗਤ ਮਨੂਰ ਹੋ ਚੁੱਕਾ ਹੋਵੇ, ਮੈਲਾ ਕੁਚੈਲਾ ਜੰਗ ਦਾ ਮਾਰਿਆ ਹੋਵੇ, ਜੰਗਾਲ ਲੱਗਾ ਹੋਵੇ, ਉਹ ਵੀ ਜੇ ਲੋਹਾ ਉਸ ਨਾਲ ਖਹਿ ਜਾਵੇ, ਟੱਚ ਕਰ ਜਾਏ, ਉਹ ਵੀ ਸੋਨਾ ਬਣ ਜਾਂਦਾ ਹੈ। ਸਤਿਗੁਰੂ ਦੀ ਸੰਗਤ ਵਿੱਚ, ਸਤਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਇਹ ਕਲਾ ਵਰਤਦੀ ਹੈ। ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਸੀਮਤ ਸਮੇਂ ਅਨੁਸਾਰ ਹੀ ਸਾਧ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਦਾ ਜੋ ਵਿਚਾਰ ਹੈ ਇਹ ਕੀਤਾ ਜਾ ਰਿਹਾ ਹੈ ਜੀ। ਮਹਿਮਾ ਸਾਧ ਸੰਗ ਕੀ ਸੁਣੋ ਮੇਰੇ ਮੀਤਾ। ਸਾਰਾ ਤੇ ਛੱਡ ਗਿਆ ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ ਜੀ। ਸਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਸਤਿਗੁਰੂ ਕਹਿੰਦੇ ਪਿੰਗਲਾ ਵੀ ਜਿਹੜਾ ਹੈ ਇਹ ਵੀ ਸਾਧ ਸੰਗਤ ਪਰਬਤ ਤੋਂ, ਪਹਾੜ ਤੋਂ ਪਾਰ ਚਲੇ ਜਾਂਦਾ ਹੈ। ਸਤਿਗੁਰੂ ਸਾਹਿਬ ਦੀ ਗੁਰਬਾਣੀ ਦੇ ਅੰਦਰ ਸੁਖਮਨੀ ਸਾਹਿਬ ਦੇ ਵਿੱਚ ਜ਼ਿਕਰ ਕਰਦੇ ਨੇ ਪੰਚਮ ਪਾਤਸ਼ਾਹ ਜੀ ਕਿ ਪਿੰਗਲਾ ਪੁਰਸ਼ ਭਾਵੇਂ ਜਿੰਨਾ ਮਰਜ਼ੀ ਕੋਈ ਸੋਚੀ ਜਾਵੇ, ਯਤਨ ਕਰਨਾ ਚਾਹੇ, ਉਹ ਪਾਰ ਨਹੀਂ ਜਾ ਸਕਦਾ। ਕਹਿ ਪਿੰਗਲ ਪਰਬਤ ਪਾਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਮਹਾਰਾਜ ਕਹਿੰਦੇ ਇਹ ਪਿੰਗਲਾ ਪੁਰਸ਼ ਕਿਵੇਂ ਮਹਾਰਾਜ ਸਾਹਿਬ ਜੀ ਇਹ ਪਹਾੜੀ ਤੇ ਚੜ੍ਹ ਸਕਦਾ, ਉੱਪਰ ਘਰ ਬਣਾ ਸਕਦਾ, ਉਹਦਾ ਉੱਥੇ ਜਾਣਾ ਹੀ ਨਹੀਂ ਹੋ ਸਕਦਾ। ਇੰਨਾ ਰਸਤਾ ਖਰਾਬ ਹੈ, ਉੱਚਾ ਨੀਵਾਂ ਹੈ, ਟੇਢਾ ਰਸਤਾ ਹੈ। ਤੇ ਸਤਿਗੁਰੂ ਇੱਥੇ ਸਮਝਾਉਂਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਕੀਤਾ। ਪਿੰਗਲਾ ਵੀ ਪਾਰ ਚਲਾ ਜਾਂਦਾ ਹੈ ਤੇ ਮੂਰਖ ਜਿਹਨੂੰ ਕੋਈ ਸਿਆਣਪ ਨਹੀਂ ਹੈ, ਜਿਹਨੂੰ ਕੋਈ ਸੋਝੀ ਨਹੀਂ, ਉਹ ਵੀ ਪਾਰ ਕਰ ਜਾਂਦਾ। ਉਹ ਵੀ ਗ੍ਰੰਥਾਂ ਦਾ ਗਿਆਤਾ ਬਣ ਜਾਂਦਾ ਹੈ, ਸਿਆਣਾ ਹੋ ਜਾਂਦਾ ਹੈ। ਅਸੀਂ ਵਾਕਿਆ ਹੀ ਸਾਧ ਸੰਗਤ ਪਿੰਗਲੇ ਦੀ ਤਰ੍ਹਾਂ, ਸਾਡੇ ਕੋਲ ਬਾਹਰਲੀਆਂ ਲੱਤਾਂ ਤੇ ਹਨ, ਪਰ ਅੰਦਰੂਨੀ ਸਾਡੇ ਕੋਲ ਭਾਵ ਦੇ ਪੈਰ ਨਹੀਂ ਹੈਗੇ, ਜਿਹਦੇ ਕਰਕੇ ਅਸੀਂ ਚੱਲ ਕੇ ਗੁਰੂ ਸਾਹਿਬ ਤੱਕ ਪਹੁੰਚ ਸਕੀਏ, ਗੁਰੂ ਦੇ ਘਰ ਤੱਕ ਆਪਣੀ ਪਹੁੰਚ ਬਣਾ ਸਕੀਏ। ਰੱਬ ਦੇ ਘਰ ਤੱਕ ਅਸੀਂ ਪਹੁੰਚ ਨਹੀਂ ਬਣਾ ਪਾਉਂਦੇ। ਫਿਰ ਸਤਿਗੁਰੂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਹੀ ਬਖਸ਼ਿਸ਼ ਕਰੋ। ਸਾਧ ਸੰਗਤ ਇਹ ਗੁਰਬਾਣੀ ਦਾ ਸ਼ਬਦ ਹੈ। ਮਹਾਰਾਜ ਸਾਹਿਬ ਜੀ ਨੇ ਇਹਨਾਂ ਸ਼ਬਦਾਂ ਨੂੰ ਲਿਖਿਆ ਹੀ ਨਹੀਂ ਹੈ, ਕੇਵਲ ਸਿੱਖਾਂ ਨੂੰ ਸੁਣਾਇਆ ਹੀ ਨਹੀਂ, ਇਹ ਗੁਰਬਾਣੀ ਨੂੰ ਪ੍ਰਤੱਖ ਕਰਕੇ ਵੀ ਦਿਖਾ ਦਿੱਤਾ ਹੈ। ਇਹ ਸ਼ਬਦ ਪੰਜਵੇਂ ਪਾਤਸ਼ਾਹ ਜੀ ਦੇ ਲਿਖੇ ਹੋਏ ਨੇ, ਪਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਨੂੰ ਪੂਰਨ ਕਰਕੇ ਦਿਖਾ ਦਿੱਤਾ, ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਹੈ। ਜਦੋਂ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਹੋਏ ਦਿੱਲੀ ਵੱਲ ਨੂੰ ਜਾ ਰਹੇ ਨੇ, ਰਸਤੇ ਵਿੱਚ ਮਹਾਰਾਜ ਜਦੋਂ ਅੰਬਾਲੇ ਦੀ ਧਰਤੀ ਤੇ ਪਹੁੰਚੇ, 3-4 ਮੀਲ ਦੀ ਵਿੱਚ ਇੱਕ ਨਗਰ ਹੈ ਪੰਜੋਖੜਾ, ਜਿਹਨੂੰ ਅਸੀਂ ਪੰਜੋਖੜਾ ਸਾਹਿਬ ਕਹਿੰਦੇ। ਇਸ ਨਗਰ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਨੇ ਆਪਣਾ ਪਾਵਨ ਉਤਾਰਾ ਕੀਤਾ, ਡੇਰਾ ਲਾਇਆ। ਗੁਰੂ ਸਾਹਿਬ ਜੀ ਦੇ ਨਾਲ ਸਿੱਖ ਹਨ, ਹੋਰ ਵੀ ਨੇੜੇ ਦੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਤੇ ਬੜੀ ਚਹਿਲ ਪਹਿਲ ਹੋ ਰਹੀ ਹੈ। ਇੰਨੇ ਨੂੰ ਇੱਕ ਬ੍ਰਾਹਮਣ ਜਿਹੜਾ ਬਹੁਤ ਵਿਦਵਾਨ ਆਪਣੇ ਆਪ ਨੂੰ ਸਮੇਂ ਦਾ ਮੰਨਦਾ ਸੀ, ਮਨ ਦੇ ਵਿੱਚ ਹਉਮੈ ਸੀ, ਹੰਕਾਰ ਸੀ, ਇਹ ਚੱਲ ਕਰਕੇ ਆ ਗਿਆ, ਜਿਹਦਾ ਨਾਮ ਸਾਧ ਸੰਗਤ ਲਾਲ ਚੰਦ ਲਿਖਿਆ ਗਿਆ। ਸਿੱਖ ਨੂੰ ਪੁੱਛਦਾ ਹੈ ਕਿ ਇਹ ਕੌਣ ਆਇਆ ਹੋਇਆ ਹੈ। ਸਿੱਖ ਬੜੇ ਪ੍ਰੇਮ ਨਾਲ ਆਖਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ, ਸਿੱਖਾਂ ਦੇ 8ਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਏ ਹੋਏ ਨੇ, ਇਹ ਸਮੇਂ ਦੇ ਅਵਤਾਰ ਹਨ। ਤੇ ਬ੍ਰਾਹਮਣ ਨੇ ਮਨ ਦੇ ਵਿੱਚ ਸੋਚਿਆ ਤੇ ਤਰਕ ਬਾਹਰ ਆ ਗਈ। ਸਿੱਖ ਨੂੰ ਕਹਿਣ ਲੱਗਾ, ਤਰਕ ਕਰਕੇ ਕਹਿੰਦਾ
ਸਾਡੇ ਭਗਵਾਨ ਆਏ ਨੇ ਦੁਆਪਰ ਦੇ ਸਮੇਂ ਦੇ ਵਿੱਚ। ਸ਼੍ਰੀ ਕ੍ਰਿਸ਼ਨ ਭਗਵਾਨ 16 ਕਲਾ ਸੰਪੂਰਨ ਸਨ। ਉਹਨਾਂ ਦਾ ਨਾਮ ਸੀ ਸ਼੍ਰੀ ਕ੍ਰਿਸ਼ਨ। ਪਰ ਤੁਹਾਡੇ ਸਤਿਗੁਰੂ ਨੇ ਸਾਡੇ 16 ਕਲਾ ਸੰਪੂਰਨ ਤੋਂ ਅਵਤਾਰ ਤੋਂ ਵੀ ਵੱਡਾ ਨਾਮ ਲਿਖਾ ਲਿਆ ਹੈ, ਸ਼੍ਰੀ ਹਰਿਕ੍ਰਿਸ਼ਨ ਕਹਿੰਦੇ। ਤੇ ਸਿੱਖ ਕਹਿੰਦਾ ਕਿ ਸਾਡੇ ਸਤਿਗੁਰੂ ਪੂਰਨ ਹਨ, ਇਹ ਸਰਬ ਕਲਾ ਸਮਰੱਥ ਹਨ, ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਜੇ ਤੁਹਾਡੇ ਭਗਵਾਨ 16 ਕਲਾ ਸੰਪੂਰਨ ਸਨ ਤੇ ਇਹ ਸਰਬ ਕਲਾ ਸੰਪੂਰਨ ਹਨ। ਇਹ ਰੱਬ ਦੇ ਭੇਜੇ ਹੋਏ ਨੇ ਸਤਿਗੁਰੂ। ਕਹਿਣ ਲੱਗਾ ਸਾਡੇ ਭਗਵਾਨ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਜਦੋਂ ਯੁੱਧ ਹੋਇਆ ਸੀ ਤੇ ਉਸ ਟਾਈਮ ਅਰਜਨ ਨੂੰ ਸੰਬੋਧਨ ਕਰਕੇ ਗੀਤਾ ਦਾ ਪਾਠ ਉਚਾਰਨ ਕੀਤਾ, ਜੋ ਕਿ ਸੰਸਕ੍ਰਿਤ ਦੇ ਵਿੱਚ ਹੈ। ਮੰਨੀਏ ਤੇ ਤਾਂ ਜੇਕਰ ਤੁਹਾਡਾ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਉਸ ਗੀਤਾ ਦੇ ਸ਼ਲੋਕਾਂ ਦਾ ਅਰਥ ਕਰਕੇ ਮੈਨੂੰ ਦੱਸੇ। ਬਾਹਮਣ ਨੇ, ਇਸ ਪੰਡਤ ਨੇ ਤਰਕ ਕਰ ਦਿੱਤੀ ਕਿ ਸ਼ਾਇਦ ਗੁਰੂ ਨੂੰ ਕੀ ਪਤਾ ਹੋਣਾ, ਛੋਟੀ ਜੀ ਉਮਰ ਹੈ। ਪਰ ਇਹਨੂੰ ਇਹ ਨਹੀਂ ਪਤਾ ਕਿ ਉਮਰ ਭਾਵੇਂ ਸਰੀਰ ਦੀ ਛੋਟੀ ਹੈ, ਇਸ ਵਿੱਚ ਜੋਤ ਜਿਹੜੀ ਵਰਤ ਰਹੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਦੀ ਹੀ ਵਰਤ ਰਹੀ ਹੈ। ਸੋ ਸਤਿਗੁਰੂ ਸਾਹਿਬ ਜੀ ਦੇ ਕੋਲ ਚਲੇ ਗਏ। ਮਹਾਰਾਜ ਸਾਹਿਬ ਜੀ, ਇਹ ਬ੍ਰਾਹਮਣ ਆਇਆ ਹੈ, ਪੰਡਤ ਜੀ ਆਏ ਨੇ, ਤਰਕ ਕਰਦੇ ਨੇ ਕਿ ਤੁਹਾਡੇ ਸਤਿਗੁਰੂ ਮੈਨੂੰ ਗੀਤਾ ਦੇ ਅਰਥ ਸਰਵਣ ਕਰਾਉਣ। ਮਹਾਰਾਜ ਸਾਹਿਬ ਕਹਿੰਦੇ ਠੀਕ ਹੈ ਜੀ, ਅਸੀਂ ਇਸ ਨੂੰ ਗੀਤਾ ਦੇ ਅਰਥ ਸੁਣਾ ਦਿੰਦੇ ਹਾਂ। ਫਿਰ ਸਤਿਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਸਾਧ ਸੰਗਤ ਦੇ ਵਿਚਾਰ ਆਈ ਕਿ ਬ੍ਰਾਹਮਣ ਦਾ ਸ਼ੰਕਾ ਨਿਵਰਤ ਨਹੀਂ ਹੋਏਗਾ। ਜੇ ਇਹ ਤਰਕ ਕਰ ਸਕਦਾ, ਫਿਰ ਹੋਰ ਤਰਕ ਵੀ ਕਰ ਸਕਦਾ ਕਿ ਇਹ ਗੁਰੂ ਸਪੁੱਤਰ ਹਨ, ਕਿਸੇ ਵਿਦਵਾਨ ਨੂੰ ਰੱਖ ਕਰਕੇ ਬਚਪਨ ਵਿੱਚ ਹੀ ਗੀਤਾ ਦੇ ਅਰਥ ਪੜ੍ਹ ਲਏ ਹੋਣਗੇ, ਇਹਦਾ ਸ਼ੰਕਾ ਪੂਰਾ ਨਹੀਂ ਦੂਰ ਹੋਏਗਾ। ਸਤਿਗੁਰੂ ਕਹਿੰਦੇ ਪੰਡਤ ਜੀ ਇਸ ਤਰ੍ਹਾਂ ਹੈ, ਤੁਸੀਂ ਆਪਣੀ ਮਨਮਰਜ਼ੀ ਦਾ ਕੋਈ ਬੰਦਾ ਲੈ ਆਓ, ਜਿੱਦਾਂ ਦਾ ਮਰਜ਼ੀ ਹੋਵੇ, ਆਪਣੇ ਇਸ ਨਗਰ ਦੇ ਵਿੱਚੋਂ ਲੱਭ ਕਰਕੇ ਲਿਆਓ, ਅਸੀਂ ਉਹਦੇ ਕੋਲੋਂ ਗੀਤਾ ਦੇ ਅਰਥ ਤੁਹਾਨੂੰ ਸਰਵਣ ਕਰਵਾਵਾਂਗੇ। ਇਹ ਬ੍ਰਾਹਮਣ ਨੇ ਪੰਡਤ ਆਪਣੇ ਨਗਰ ਦੇ ਵਿੱਚ ਗਿਆ। ਸਾਧ ਸੰਗਤ ਪਿੰਡ ਵਿੱਚੋਂ ਸਾਰਾ ਜਿਹੜਾ ਮਾੜਾ ਪੁਰਸ਼ ਮੰਨਦੇ ਸਨ, ਭਾਵ ਜਿਹਨੂੰ ਕੋਈ ਸਮਝ ਹੀ ਨਹੀਂ ਹੈ, ਜਿਹਨੂੰ ਕੋਈ ਸੋਝੀ ਹੀ ਨਹੀਂ ਹੈ, ਉਹ ਹੈ ਛੱਜੂ ਚੀਵਰ, ਜਿਹੜਾ ਬੋਲਾ ਵੀ ਹੈ ਤੇ ਗੂੰਗਾ ਵੀ ਹੈ, ਨਾ ਕੰਨਾਂ ਤੋਂ ਸੁਣਦਾ ਹੈ ਤੇ ਨਾ ਹੀ ਜ਼ੁਬਾਨ ਤੋਂ ਬੋਲਦਾ ਹੈ। ਪੰਡਤ ਨੇ ਆਪਣੀ ਵੱਲੋਂ ਚਤਰਾਈ ਖੇਡੀ ਹੈ ਕਿ ਦੇਖਾਂਗਾ ਭਲਾ ਕੀ ਕਰਦੇ ਨੇ ਉਹ। ਇਹਨੂੰ ਨਾ ਤੇ ਕੋਈ ਸੁਣਦਾ ਹੀ ਹੈ ਤੇ ਨਾ ਇਹ ਬੋਲ ਹੀ ਪਾਉਂਦਾ ਹੈ। ਮਹਾਰਾਜ ਸਾਹਿਬ ਜੀ ਦੇ ਕੋਲ ਇਸ ਨੂੰ ਲਿਆਂਦਾ ਗਿਆ। ਸਾਧ ਸੰਗਤ ਦੇ ਸਾਰੇ ਨਗਰ ਦਾ ਪਾਣੀ ਭਰਦਾ ਹੁੰਦਾ ਸੀ, ਚੀਵਰ ਸੀ। ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜਿਸ ਤਲਾਬ ਦੇ ਵਿੱਚ, ਕੱਚੇ ਤਲਾਬ ਅੰਦਰ ਇਸ਼ਨਾਨ ਕੀਤਾ ਸੀ ਉਸ ਧਰਤੀ ਤੇ, ਉਸੇ ਤਲਾਬ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਵਾਇਆ, ਸਾਫ ਵਸਤਰ ਇਸ ਨੂੰ ਧਾਰਨ ਕਰਵਾਏ, ਹਜ਼ੂਰੀ ਵਿੱਚ ਬੈਠ ਗਿਆ। ਸਤਿਗੁਰੂ ਜੀ ਦੇ ਚਰਨਾਂ ਦੇ ਪਾਸ ਗਰੀਬਨਵਾਜ ਜੀ ਦੇ ਕੋਲ ਇੱਕ ਛੜੀ ਸੀ, ਇੱਕ ਸੋਟੀ ਸੀ। ਇਹਦੇ ਸਿਰ ਤੇ ਮਹਾਰਾਜ ਨੇ ਉਹ ਬਖਸ਼ਿਸ਼ ਕਰਕੇ ਰੱਖ ਦਿੱਤੀ ਔਰ ਕਿਹਾ ਕਿ ਛੱਜੂ ਜੀ ਨੂੰ ਆਖਿਆ ਕਿ ਤੁਸੀਂ ਹੁਣ ਇਸ ਪੰਡਤ ਦੇ ਨਾਲ ਵਿਚਾਰ ਕਰੋ, ਇਹਦੇ ਨਾਲ ਚਰਚਾ ਕਰੋ ਗੀਤਾ ਦੇ ਪ੍ਰਥਾਏ। ਸਾਧ ਸੰਗਤ ਬੋਲਦਿਆਂ ਹੋਇਆ ਹੀ ਸਤਿਗੁਰੂ ਦੀ ਐਸੀ ਬਖਸ਼ਿਸ਼ ਹੋਈ ਕਿ ਸੁਣਨ ਵੀ ਲੱਗ ਗਿਆ ਤੇ ਮੁਖ ਦੇ ਵਿੱਚ ਜ਼ਬਾਨ ਵੀ ਆ ਗਈ, ਜ਼ਬਾਨ ਦੇ ਵਿੱਚ ਤਾਕਤ ਵੀ ਆ ਗਈ, ਬੋਲਣ ਵੀ ਲੱਗ ਪਿਆ ਹੈ। ਸਤਿਗੁਰੂ ਕਹਿੰਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਪਿੰਗਲਾ ਵੀ ਸਤਿਗੁਰੂ ਦੀ ਕਿਰਪਾ ਨਾਲ ਪਹਾੜੀ ਤੇ ਚੜ੍ਹ ਜਾਵੇ ਤੇ ਮੂਰਖ ਵੀ ਜਿਹੜੇ ਨੇ ਉਹ ਵੀ ਚਤੁਰ ਪੰਡਤ ਬਣ ਜਾਣ, ਬਖਤੇ ਬਣ ਜਾਣ, ਬੋਲਣ ਲੱਗ ਪੈਣ, ਲੋਕਾਂ ਨੂੰ ਉਪਦੇਸ਼ ਕਰਨ ਲੱਗ ਪੈਣ, ਜੇਕਰ ਸਤਿਗੁਰੂ ਦੀ ਕਿਰਪਾ ਆ ਜਾਏ। ਪਹਿਲਾ ਹੀ ਸਵਾਲ ਕੀਤਾ ਕਿ ਹੇ ਪੰਡਤ, ਤੁਸੀਂ ਮੇਰੇ ਨਾਲ ਵਿਚਾਰ ਕਰਨੀ ਹੈ ਤੇ ਕਿਹੜੇ ਸ਼ਾਸਤਰ ਦੇ ਵਿੱਚ, ਕਿਹੜੇ ਗ੍ਰੰਥ ਦੇ ਵਿੱਚ ਤੁਸੀਂ ਮੇਰੇ ਨਾਲ ਵਿਚਾਰ ਕਰਨੀ ਹੈ, ਦੱਸੋ ਮੈਨੂੰ। ਸੁਣ ਕਰਕੇ ਸਾਧ ਸੰਗਤ ਜਿਹੜਾ ਪੰਡਤ ਸੀ ਇਹ ਹੈਰਾਨ ਹੋ ਗਿਆ। ਜਦੋਂ ਕਿਹਾ ਨਾ, ਕਸਮੰ
ਸ਼ਾਸਤਰ ਪ੍ਰਵਿਰਤੇ, ਕਿਹੜੇ ਸ਼ਾਸਤਰ ਦੇ ਵਿੱਚ, ਕਿਸ ਗ੍ਰੰਥ ਦੇ ਵਿੱਚ ਤੁਸੀਂ ਪ੍ਰਵਿਰਤ ਕਰਨਾ ਚਾਹੁੰਦੇ ਹੋ। ਜਦੋਂ ਬੋਲਿਆ ਪੰਡਤ ਦੇ ਸੰਸਕ੍ਰਿਤ ਦੇ ਵਿੱਚ ਬੋਲਣਾ ਸੀ ਤੇ ਗਲਤ ਸ਼ਬਦ ਜਿਹੜੇ ਸੀ ਨਾ ਸ਼ਲੋਕ ਉਹ ਬੋਲ ਦਿੱਤੇ ਮੂੰਹ ਤੋਂ। ਛੱਜੂ ਜੀ ਕਹਿਣ ਲੱਗੇ ਪੰਡਤ ਜੀ ਸ਼ਲੋਕ ਤਾਂ ਸਹੀ ਉਚਾਰਨ ਕਰੋ, ਇਹਨਾਂ ਦਾ ਪਾਠ ਤੁਸੀਂ ਗਲਤ ਸਰਵਣ ਕਰਾ ਰਹੇ ਹੋ, ਇਸ ਕਰਕੇ ਅਰਥ ਦਾ ਅਨਰਥ ਬਣ ਜਾਏਗਾ, ਅਰਥ ਸਹੀ ਨਹੀਂ ਲੱਗੇਗਾ। ਸਾਧ ਸੰਗਤ ਫਿਰ ਆਪਣੇ ਆਪ ਹੀ ਗੀਤਾ ਦੇ ਸ਼ਲੋਕ ਪੜ੍ਹੇ, ਆਪਣੇ ਆਪ ਹੀ ਉਹਦੇ ਅਰਥ ਕਰ ਕਰਕੇ ਦੱਸੇ ਤੇ ਆਖਰ ਦੇ ਵਿੱਚ ਜਿਹੜਾ ਗੀਤਾ ਦਾ ਤਤਸਾਰ ਕੀ ਹੈ ਉਹ ਵੀ ਦੱਸ ਦਿੱਤਾ ਕਿ ਗੀਤਾ ਇਹ ਕਹਿੰਦੀ ਹੈ ਕਿ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣਾ ਹੈ। ਆਤਮਾ ਬ੍ਰਹਮ ਦਾ ਹੀ ਸਰੂਪ ਹੈ, ਆਤਮਾ ਜੰਮਦੀ ਨਹੀਂ ਹੈ, ਮਰਦੀ ਨਹੀਂ ਹੈ, ਉਹ ਜੰਮਣ ਮਰਨ ਤੋਂ ਰਹਿਤ ਇੱਕ ਐਸੀ ਪਰਮਾਤਮਾ ਦੀ ਜੋਤ ਹੈ। ਇਹ ਅਸਲ ਦੇ ਵਿੱਚ ਗੀਤਾ ਦਾ ਤੱਤ ਹੈ। ਸੁਣ ਕਰਕੇ ਸਾਧ ਸੰਗਤ ਪੰਡਤ ਹੈਰਾਨ ਹੋ ਗਿਆ ਔਰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਪੈ ਗਿਆ ਕਿ ਮਹਾਰਾਜ ਤੁਹਾਡੀ ਏਡੀ ਬਰਕਤ, ਇੰਨੀ ਵੱਡੀ ਬਖਸ਼ਿਸ਼ ਤੁਸੀਂ ਕਰ ਦਿੰਦੇ ਹੋ। ਮੈਂ ਤਾਂ ਮੂਰਖ ਮਹਾਰਾਜ ਸਾਹਿਬ ਜੀ ਆਪਣੀ ਜਾਤ ਦਾ, ਆਪਣੀ ਵਿਦਿਆ ਦਾ ਹੰਕਾਰ ਕਰਕੇ ਬੈਠ ਗਿਆ। ਸਾਧ ਸੰਗਤ ਗੁਰ ਇਤਿਹਾਸ ਵਿੱਚ ਸਾਨੂੰ ਐਸੇ ਤਮਾਮ ਜ਼ਿਕਰ ਮਿਲਦੇ ਨੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਆਪਣੇ ਸਿੱਖ ਭਾਈ ਬਚਿੱਤਰ ਸਿੰਘ ਦੇ ਕੋਲੋਂ ਪਹਾੜੀ ਰਾਜਿਆਂ ਦਾ ਮਸਤਿਆ ਹੋਇਆ ਖੂਨੀ ਹਾਥੀ, ਜਿਹਦੇ ਸਰੀਰ ਨੂੰ ਤਲਵਾਰਾਂ ਬੱਧੀਆਂ ਹੋਈਆਂ ਨੇ, ਤਵੀਆਂ ਬੱਧੀਆਂ ਨੇ, ਐਸੇ ਹਾਥੀ ਦੇ ਨਾਲ ਸਤਿਗੁਰੂ ਨੇ ਲੜਾ ਦਿੱਤਾ ਹੈ। ਸਰੀਰ ਬੜਾ ਮਧਰਾ ਜਿਹਾ ਸੀ, ਛੋਟਾ 5.5 ਫੁੱਟ ਦਾ। ਬਖਸ਼ਿਸ਼ ਕਰਕੇ ਨਾਗਣੀ ਵਰਸ਼ਾ ਦੇ ਕਰਕੇ ਭੇਜਿਆ। ਪਹਾੜੀਆਂ ਦੇ ਮਨ ਵਿੱਚ ਸੀ ਕਿ ਸਾਡਾ ਹਾਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਲੇ ਦਾ ਦਰਵਾਜ਼ਾ ਭੰਨ ਦੇਵੇਗਾ, ਅਸੀਂ ਜਿੱਤ ਜਾਵਾਂਗੇ। ਪਰ ਜਦੋਂ ਸਤਿਗੁਰੂ ਦੇ ਸਿੱਖ ਨੇ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਵਰਸ਼ਾ ਮਾਰਿਆ ਤੇ ਵਾਪਸ ਮੋੜ ਦਿੱਤਾ ਤੇ ਉਹੀ ਹਾਥੀ ਪਹਾੜੀ ਰਾਜਿਆਂ ਦੀ ਸੈਨਾ ਨੂੰ ਖਤਮ ਕਰਨ ਲੱਗ ਪਿਆ। ਗਰੀਬਨਵਾਜ ਸਤਿਗੁਰੂ ਕਿਰਪਾ ਕਰ ਦੇਣ ਤੇ ਗੁੰਗਿਆਂ ਨੂੰ ਜ਼ਬਾਨਾਂ ਮਿਲ ਜਾਂਦੀਆਂ ਨੇ। ਗਰੀਬਨਵਾਜ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤੇ ਕੋੜਿਆਂ ਦੇ ਕੋੜ ਦੂਰ ਹੋ ਜਾਂਦੇ ਨੇ। ਇਹ ਘਰ ਗੁਰੂ ਨਾਨਕ ਦਾ ਬਹੁਤ ਬੇਅੰਤ ਹੈ। ਪਰ ਅੱਜ ਸਾਧ ਸੰਗਤ ਮਨ ਦੇ ਵਿੱਚ ਐਸੀ ਵਿਚਾਰ ਆਉਂਦੀ ਕਿ ਗੁਰੂ ਘਰ ਦੇ ਵਿੱਚ ਸਿੱਖ ਖਵਾਉਣ ਵਾਲੇ ਲੋਕ, ਪ੍ਰਚਾਰ ਕਰਨ ਵਾਲੇ ਸਤਿਗੁਰੂ ਦੀ ਅਜ਼ਮਤ ਤੋਂ ਵਾਕਫ ਨਹੀਂ ਹਨ। ਗੁਰੂ ਸਾਹਿਬ ਦੀ ਅਜ਼ਮਤ ਤੋਂ, ਸਤਿਗੁਰੂ ਦੀ ਕਰਾਮਾਤ ਤੋਂ, ਗੁਰੂ ਦੀ ਬਰਕਤ ਤੋਂ ਜਾਣੂ ਕਿਉਂ ਨਹੀਂ ਹਨ। ਜਾਂ ਤਾਂ ਜਾਣ ਬੁੱਝ ਕੇ ਇਸ ਤਰ੍ਹਾਂ ਕਰਦੇ ਕਿ ਇਹ ਹੋ ਨਹੀਂ ਸਕਦਾ, ਇਸ ਤਰ੍ਹਾਂ ਹੋ ਨਹੀਂ ਸਕਦਾ। ਗੁਰੂ ਘਰ ਦੀ ਬੇਅੰਤ ਮਹਿਮਾ ਹੈ। ਜੋ ਵੀ ਇਸ ਘਰ ਵਿੱਚ ਪ੍ਰੇਮ ਨਾਲ, ਸ਼ਰਧਾ ਨਾਲ ਚੱਲ ਕਰਕੇ ਆਉਂਦਾ, ਸਤਿਗੁਰੂ ਉਸ ਨੂੰ ਬਖਸ਼ਿਸ਼ ਕਰਦੇ ਨੇ, ਉਸ ਨੂੰ ਫਲ ਦਿੰਦੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿਖੇ ਜੋ ਵੀ ਭਾਵਨਾ ਨਾਲ ਇਸ਼ਨਾਨ ਕਰਦਾ ਉਹਦੇ ਦੁੱਖ ਦੂਰ ਹੋ ਜਾਂਦੇ ਨੇ। ਇਹ ਬਚਨ ਲਿਖ ਕਰਕੇ ਸਤਿਗੁਰੂ ਜੀ ਨੇ ਮੋਹਰ ਲਾਈ ਹੈ ਕਿ ਭਾਈ ਸਭ ਕੁਝ ਸੱਚ ਹੋ ਸਕਦਾ ਹੈ ਜੇ ਸਤਿਗੁਰੂ ਸੱਚੇ ਕਿਰਪਾ ਕਰ ਦੇਣ ਤਾਂ। ਮਹਾਰਾਜ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪ ਹੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ। ਮਹਾਰਾਜ ਕਹਿੰਦੇ, ਸੁਣੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ। ਜਿਹੜਾ ਗੁੰਗਾ ਹੈ, ਜਿਹਦੀ ਜ਼ਬਾਨ ਨਹੀਂ, ਉਹ ਵੀ ਰਸਨਾ ਪ੍ਰਾਪਤ ਕਰ ਲੈਂਦਾ ਹੈ, ਜ਼ਬਾਨ ਪ੍ਰਾਪਤ ਕਰ ਲੈਂਦਾ ਹੈ। ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ। ਜਿਹੜਾ ਮੂਰਖ ਹੈ, ਜਿਹਨੂੰ ਪਤਾ ਹੀ ਕੋਈ ਨਹੀਂ, ਉਹਦੇ ਵਿੱਚ ਵੀ ਚਤੁਰਤਾਈ ਆ ਜਾਂਦੀ ਹੈ, ਉਹ ਵੀ ਪੰਡਿਤ ਬਣ ਜਾਂਦਾ ਹੈ, ਉਹ ਵੀ ਸਿਆਣਾ ਸੂਝਵਾਨ ਬਣ ਜਾਂਦਾ, ਲੋਕਾਂ ਨੂੰ ਉਪਦੇਸ਼ ਦੇਣ ਵਾਲਾ ਬਣ ਜਾਂਦਾ ਹੈ, ਬੜਾ ਸ਼੍ਰੇਸ਼ਟ ਵਕਤਾ ਬਣ ਜਾਂਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬਖਸ਼ਿਸ਼ ਕਰਦੇ ਹੋ ਸਿੱਖ ਦੇ ਉੱਪਰ ਨੇ। ਸਾਧ ਸੰਗਤ ਜਿਹੜਾ ਗੁਰੂ ਸਾਹਿਬ ਜੀ ਦੇ ਕੋਲ ਚਤਰਾਈ ਛੱਡ ਕਰਕੇ ਜਾਵੇ, ਜਿਹੜਾ ਸਤਿਗੁਰੂ ਕੋਲ ਵਾਕਿਆ ਹੀ ਪਿੰਗਲਾ ਬਣ ਕੇ ਜਾਏ, ਗੂੰਗਾ ਬਣ ਕੇ ਜਾਏ ਕਿ ਮਹਾਰਾਜ ਮੈਨੂੰ ਕੁਛ ਨਹੀਂ ਪਤਾ, ਆਪ ਹੀ ਕਿਰਪਾ ਕਰਕੇ ਮੈਨੂੰ ਆਪਣਾ ਪਾਵਨ
ਮਿਹਰ ਭਰਿਆ ਹੱਥ ਬਖਸ਼ਿਸ਼ ਕਰੋ, ਰਹਿਮਤ ਬਖਸ਼ਿਸ਼ ਕਰੋ। ਜਿਹੜਾ ਕਵੇ ਕਿ ਗਿਆਨੀ ਗੁਣੀ ਸੂਰ ਹਮ ਦਾਦੇ, ਇਹ ਬੁੱਧ ਕਦੇ ਨਾ ਨਾਸੀ। ਜਿਹੜਾ ਕਵੇ ਮੈਂ ਗਿਆਨੀ ਹਾਂ, ਮੈਂ ਸੂਰਮਾ ਹਾਂ, ਮੈਂ ਦਾਨੀ ਹਾਂ, ਦਾਤਾਂ ਦੇਣ ਵਾਲਾ ਹਾਂ, ਜਿਹੜਾ ਇਸ ਤਰ੍ਹਾਂ ਕਵੇ ਉਹਨੂੰ ਨਹੀਂ ਗੁਰੂ ਘਰ ਤੋਂ ਕੋਈ ਬਖਸ਼ਿਸ਼ ਪ੍ਰਾਪਤ ਹੋ ਜਾਏਗੀ। ਜਿਹੜਾ ਨਿਮਰਤਾ ਸਹਿਤ ਜਾਏਗਾ ਸਤਿਗੁਰੂ ਉਸ ਨੂੰ ਫਿਰ ਇਹ ਬਖਸ਼ਿਸ਼ ਕਰ ਦਿੰਦੇ ਹਨ। ਮਹਾਰਾਜ ਕਹਿੰਦੇ ਫਿਰ ਤਾਂ ਸਤਿਗੁਰੂ ਦੀ ਐਸੀ ਕਿਰਪਾ ਹੁੰਦੀ ਕਿ ਜਿਹੜੀ ਕੀੜੀ ਹੈ ਇਹ ਹਾਥੀ ਨੂੰ ਜਿੱਤ ਲੈਂਦੀ ਅਤੇ ਮੱਛਰ ਜਿਹੜਾ ਹੈ ਉਹ ਪਹਾੜ ਦੇ ਨਾਲ ਮੱਥਾ ਲਾ ਲੈਂਦਾ ਹੈ। ਸਤਿਗੁਰੂ ਦੀ ਕਿਰਪਾ ਦੇ ਸਦਕਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਪਿੰਗਲਾ ਵੀ ਜਿਹੜਾ ਹੈ ਉਹ ਪਹਾੜੀ ਤੋਂ ਪਾਰ ਚਲੇ ਜਾਂਦਾ ਹੈ। ਔਰ ਜਿਹੜਾ ਬਹੁਤ ਜ਼ਿਆਦਾ ਮੂਰਖ ਬੰਦਾ ਹੈ ਉਹ ਵੀ ਚਤੁਰ ਬਣ ਕਰਕੇ, ਸਿਆਣਾ ਬਣ ਕਰਕੇ ਬਖਤਾ ਬਣ ਜਾਂਦਾ ਹੈ, ਉਪਦੇਸ਼ਤਾ ਬਣ ਜਾਂਦਾ ਹੈ। ਸਾਧ ਸੰਗਤ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਸਤਿਗੁਰੂ ਨੂੰ ਸੇਵ ਕਰਕੇ, ਮਹਾਰਾਜ ਸਾਹਿਬ ਜੀ ਨੂੰ ਸੇਵਾ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਅੰਦਲੇ ਤਿਰ ਭਵਨ ਸੂਝਿਆ। ਜਿਹੜੇ ਅੰਨੇ ਪੁਰਸ਼ ਨੇ ਉਹਨਾਂ ਨੂੰ ਵੀ ਤਿਰ ਭਵਨ, ਤਿੰਨਾਂ ਭਵਨਾਂ ਦੀ, ਤਿੰਨਾਂ ਲੋਕਾਂ ਦੀ, ਆਕਾਸ਼ ਪਤਾਲ ਤੇ ਇਸ ਧਰਤੀ ਦੀ, ਮਾਤ ਲੋਕ ਦੀ ਸਾਰੀ ਹੀ ਸਮਝ ਸੋਝੀ ਪੈ ਜਾਂਦੀ ਹੈ। ਸੁੱਝ ਆਉਂਦੇ ਹਨ, ਉਹ ਤ੍ਰਿਕਾਲਦਰਸ਼ੀ ਬਣ ਜਾਂਦੇ ਹਨ ਸਤਿਗੁਰੂ ਦੀ ਕਿਰਪਾ ਨਾਲ। ਜਿਨ੍ਹਾਂ ਨੇ ਭਾਈ ਸਤਿਗੁਰੂ ਸਾਹਿਬ ਮਹਾਰਾਜ ਨੂੰ ਭੇਟਿਆ ਹੈ, ਸਤਿਗੁਰੂ ਨੂੰ ਮੰਨਿਆ ਹੈ ਜੀ। ਹੇ ਮੇਰੇ ਮਿੱਤਰ ਸੱਜਣ ਜੀ, ਸਤਿਗੁਰੂ ਦੇ ਘਰ ਦੀ ਮਹਿਮਾ ਸੁਣੋ। ਸਾਧ ਸੰਗਤ ਸਾਧੂ ਨਾਮ ਜਿਹੜਾ ਸਾਧ ਨਾਮ ਇਹਨੇ ਸਤਿਗੁਰੂ ਸਾਹਿਬ ਜੀ ਦੇ ਨਾਮ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਸਾਧੂ ਨਾਮ ਸਤਿਗੁਰੂ ਦੇ ਸਿੱਖਾਂ ਪ੍ਰਥਾਏ ਭਾਵ ਕਿ ਪ੍ਰਭੂ ਦੇ ਪਿਆਰਿਆਂ ਦੇ ਪ੍ਰਥਾਏ ਵੀ ਵਰਤਿਆ ਜਾਂਦਾ, ਪਰ ਇੱਥੇ ਮੁੱਖ ਤੌਰ 'ਤੇ ਸਾਧੂ ਜਿਹੜਾ ਸ਼ਬਦ ਹੈ ਇਹ ਸਤਿਗੁਰੂ ਪ੍ਰਥਾਏ ਹੀ ਵਰਤਿਆ ਜਾਏਗਾ ਔਰ ਇਹਦੇ ਨਾਲ ਅਰਥ ਠੀਕ ਬਣੇਗਾ। ਮਹਾਰਾਜ ਕਹਿੰਦੇ ਐਸੀ ਮਹਿਮਾ ਹੈ ਭਾਈ ਸੁਣਨਾ ਕਰੋ ਜੀ। ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਸੀ, ਮਨ ਸਾਧ ਸੰਗਤ ਮੈਲਾ ਹੈ। ਮੈਲਾ ਹੋਣ ਕਰਕੇ ਤਾਂ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ, ਅਸੀਂ ਬਾਹਰ ਨੂੰ ਹੀ ਭੱਜਦੇ ਹਾਂ, ਅੰਦਰ ਨੂੰ ਨਹੀਂ ਜਾਂਦੇ। ਮਹਾਰਾਜ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਤੂੰ ਤਾਂ ਰੱਬ ਦਾ ਹੀ ਸਰੂਪ ਹੈ, ਆਤਮਾ ਪਰਮਾਤਮਾ ਦੀ ਹੀ ਜੋਤ ਹੈ, ਇਹਨੂੰ ਅੰਦਰੋਂ ਹੀ ਭਾਲ। ਪਰ ਅਸੀਂ ਭਾਲਦੇ ਨਹੀਂ ਕਿਉਂਕਿ ਅੰਦਰ ਹੈ ਹੀ ਹਨੇਰਾ ਹੈ। ਜੇਕਰ ਸਾਡੇ ਘਰ ਵਿੱਚ ਹਨੇਰਾ ਹੋਏਗਾ, ਜਿੰਨਾ ਚਿਰ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਕਮਰੇ ਦੇ ਵਿੱਚ ਟਿਊਬ ਨਹੀਂ ਜਗਾਉਂਦੇ, ਬਲਬ ਨਹੀਂ ਜਗਾਉਂਦੇ, ਅਸੀਂ ਬਾਹਰ ਨੂੰ ਆਉਂਦੇ, ਇੱਥੇ ਤਾਂ ਦਿਸਦਾ ਹੀ ਕੁਝ ਨਹੀਂ ਹੈ। ਸਾਡੇ ਅੰਦਰ ਵੀ ਕੁਝ ਸਾਧ ਸੰਗਤ ਦੋਸ਼ ਹਨ। ਇੱਕ ਤਾਂ ਅਵਰਨ ਪਿਆ ਹੋਇਆ, ਪਰਦਾ ਪਿਆ ਹੋਇਆ ਮਾਇਆ ਕਰਕੇ। ਇੱਕ ਮਾਇਆ ਦਾ ਦੋਸ਼ ਹੈ ਕਿ ਮਲ ਹੈ ਅੰਦਰ, ਮੈਲਾ ਬਹੁਤ ਜ਼ਿਆਦਾ ਹੈ। ਫਿਰ ਵਿਖੇਪ ਹੈ, ਮਨ ਜਿਹੜਾ ਚੰਚਲ ਹੁੰਦਾ ਰਹਿੰਦਾ ਹੈ, ਟਿਕਾ ਵਿੱਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਇਹ ਜਿਹੜੀ ਜਨਮਾਂ ਜਨਮਾਤਰਾਂ ਦੀ ਮੈਲ ਹੈ ਇਹ ਤੇਰੀ ਦੂਰ ਕਿੱਦਾਂ ਹੋਏਗੀ? ਇਹ ਗੁਰੂ ਘਰ ਦੀ ਸੇਵਾ ਕਰਿਆ ਕਰ, ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠਿਆ ਕਰ, ਬਾਣੀ ਸੁਣਿਆ ਕਰ, ਬਾਣੀ ਪੜ੍ਹਿਆ ਕਰ, ਨਾਮ ਜਪਿਆ ਕਰ। ਮੈਲ ਖੋਈ ਕੋਟ ਅਗ ਹਰੇ, ਔਰ ਕਰੋੜਾਂ ਹੀ ਜਿਹੜੇ ਅਗ ਪਾਪ ਹਨ ਇਹ ਵੀ ਖਤਮ ਹੋ ਗਏ ਹਨ ਤੇ ਨਿਰਮਲ ਭੈ ਚੀਤਾ। ਹੁਣ ਚਿੱਤ ਜਿਹੜਾ ਹੈ, ਮਨ ਜੋ ਹੈ, ਸਾਧ ਸੰਗਤ ਚਿੱਤ ਭਾਵ ਹੈ ਚਤੁਸ਼ਟਾ ਅੰਤਾ ਕਰਨ। ਮਨ, ਬੁੱਧੀ, ਚਿੱਤ, ਹੰਕਾਰ, ਇਹ ਚਾਰੇ ਚੀਜ਼ਾਂ ਤੋਂ ਹੀ ਚਿੱਤ ਬਣ ਗਿਆ। ਇਹ ਨਿਰਮਲ ਹੋ ਗਿਆ ਹੈ, ਪਾਕ ਪਵਿੱਤਰ ਹੋ ਗਿਆ, ਬਿਨਾਂ ਮੈਲ ਤੋਂ ਹੋ ਗਿਆ। ਹੁਣ ਇਹਦੇ ਵਿੱਚ ਮੈਲ ਨਹੀਂ ਰਹਿ ਗਈ। ਜਦੋਂ ਸਾਧ ਸੰਗਤ ਚਿੱਤ ਦੇ ਵਿੱਚ, ਅੰਤःਕਰਨ ਵਿੱਚ ਮੈਲ ਨਹੀਂ ਰਹਿ ਜਾਂਦੀ, ਫਿਰ ਸਾਫ ਹੀ ਪਰਮਾਤਮਾ ਦੇ ਦੀਦਾਰ ਹੋਣ ਲੱਗ ਪੈਂਦੇ। ਜਿੰਨਾ ਚਿਰ ਇਹ ਮੈਲਾ ਹੈ ਉਨਾ ਚਿਰ ਕੁਝ ਨਹੀਂ ਦਿਸਦਾ। ਜਿਵੇਂ ਸਾਧ ਸੰਗਤ ਆਪਣੇ ਘਰ ਦੇ ਵਿੱਚ ਸੀਸਾ ਹੀ ਲੱਗਾ ਹੋਵੇ ਕੰਧ ਨਾਲ, ਜੇਕਰ ਉਹਦੇ ਉੱਪਰ ਮੈਲ ਹੋਵੇ, ਉਹਦੇ ਉੱਪਰ ਘੱਟਾ ਪਿਆ ਹੋਵੇ, ਧੂੜ ਪਈ ਹੋਵੇ, ਦਾਗ ਲੱਗੇ ਹੋਵਣ, ਸਾਡਾ ਮੂੰਹ ਨਹੀਂ ਨਜ਼ਰ ਆਉਂਦਾ ਉਹਦੇ ਵਿੱਚ।
ਜੇ ਆਵੇਗਾ ਵੀ ਤੇ ਬਹੁਤਾ ਸਾਫ਼ ਨਹੀਂ ਆਏਗਾ। ਇੱਦਾਂ ਹੀ ਆਪਣੇ ਆਪ ਤੇ ਸਮਝ ਲੈਣਾ ਕਿ ਸਾਡੇ ਮਨ ਦਾ ਸ਼ੀਸ਼ਾ ਬਹੁਤਾ ਮੈਲਾ ਹੈ, ਇਸ ਕਰਕੇ ਕੁਛ ਨਜ਼ਰ ਨਹੀਂ ਆ ਰਿਹਾ। ਸਤਿਗੁਰੂ ਕਿਰਪਾ ਕਰਨ ਤੇ ਇਹ ਮਾਂਜਿਆ ਜਾਏ, ਸਾਫ਼ ਹੋ ਜਾਏ, ਇਹ ਪਾਕ ਪਵਿੱਤਰ ਹੋ ਜਾਏਗਾ, ਫਿਰ ਬਖਸ਼ਿਸ਼ ਹੋਵੇਗੀ ਜੀ। ਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਐਸੀ ਭਗਤ ਗੋਇੰਦ ਕੀ ਹਸਤੀ ਜੀਤਾ। ਐਸੀ ਹੈ ਪਰਮਾਤਮਾ ਦੀ, ਪ੍ਰਭੂ ਦੀ ਭਗਤੀ, ਉਸ ਦੀ ਬੰਦਗੀ, ਉਹਦੇ ਨਾਮ ਦੀ ਤਾਕਤ। ਮਹਾਰਾਜ ਕਹਿੰਦੇ ਕੀਟ ਹਸਤੀ ਜੀਤਾ। ਹੁਣ ਕੀੜੇ ਨੇ, ਇੱਕ ਕੀੜੀ ਨੇ ਵੀ ਹਾਥੀ ਨੂੰ ਜਿੱਤ ਲੈਣਾ ਕੀਤਾ ਹੈ। ਸਾਧ ਸੰਗਤ ਅੱਜ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਤੇ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਤੇ ਭਰੋਸਾ ਨਹੀਂ ਰਹਿ ਗਿਆ। ਸਤਿਗੁਰੂ ਦੀ ਗੁਰਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ, ਮਾਫ ਕਰਨਾ ਅੱਜ ਦੇ ਪ੍ਰਚਾਰਕ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਾਂ ਸਿੱਖਾਂ ਨੂੰ, ਅਸੀਂ ਨਵੇਂ ਢੰਗ ਦਾ ਪ੍ਰਚਾਰ ਕਰਦੇ ਹਾਂ। ਪਰ ਉਹਨਾਂ ਨੂੰ ਪੁੱਛੋ, ਸਤਿਗੁਰੂ ਕਹਿੰਦੇ ਨੇ ਕਿ ਗੁਰ ਪਰਮੇਸ਼ਰ ਇੱਕੋ ਜਾਣ, ਕਿ ਸਤਿਗੁਰੂ ਨੂੰ ਤੇ ਪਰਮੇਸ਼ਰ ਨੂੰ ਇੱਕੋ ਹੀ ਜਾਣਨਾ ਹੈ, ਦੋਨਾਂ ਵਿੱਚ ਕੋਈ ਭੇਦ ਨਹੀਂ ਹੈ। ਕਿਉਂਕਿ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਗੁਰੂ ਹੈ ਤੇ ਸਰਗੁਣ ਸਰੂਪ ਸਤਿਗੁਰੂ ਦਾ ਸਰੂਪ ਜੋ ਹੈ ਉਹ ਨਿਰਗੁਣ ਬ੍ਰਹਮ ਹੈ। ਸਤਿਗੁਰੂ ਪਰਮਾਤਮਾ ਦੇ ਭੇਜੇ ਹੋਏ ਆਏ ਨੇ, ਉਸ ਪਰਮ ਅਕਾਲ ਪੁਰਖ ਵਾਹਿਗੁਰੂ ਤੋਂ ਤਾਕਤ ਲੈ ਕਰਕੇ ਆਏ ਹਨ। ਪੁਰਾਣੇ ਸਮੇਂ ਦੇ ਵਿੱਚ ਸਿੰਘ ਆਖਦੇ ਹੁੰਦੇ ਸਨ ਗੁਰਬਰ ਅਕਾਲ, ਕਿ ਗੁਰੂ ਜੋ ਹੈ ਉਹ ਅਕਾਲ ਦੇ ਬਰ ਮਹਿਣੇ ਸਮਾਨ ਹੈ, ਬਰਾਬਰ ਹੈ। ਪਰ ਹੁਣ ਅਸੀਂ ਸਤਿਗੁਰੂ ਦੀ ਅਜ਼ਮਤ ਤੋਂ ਨਾ ਵਾਕਫ ਜਾਂ ਜਾਣ ਬੁੱਝ ਕੇ ਕਰਦੇ ਕਿ ਗੁਰੂ ਸਾਹਿਬ ਵਿੱਚ ਕੋਈ ਤਾਕਤ ਨਹੀਂ ਹੈ। ਮਹਾਰਾਜ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਕੀਟ ਹੈ, ਕੀੜਾ ਹੈ, ਉਹ ਵੀ ਹਾਥੀ ਨੂੰ ਜਿੱਤ ਲੈਂਦਾ ਹੈ। ਦਸਮ ਪਾਤਸ਼ਾਹ ਮਹਾਰਾਜ ਦੇ ਅੰਮ੍ਰਿਤ ਦੀ ਤਾਕਤ ਦੀ ਗੱਲ ਕਰਦੇ ਕਿ ਉਸ ਅੰਮ੍ਰਿਤ ਵਿੱਚ ਇੰਨੀ ਤਾਕਤ ਹੈ ਕਿ ਗੁਰੂ ਸਾਹਿਬ ਜੀ ਨੇ ਚਿੜੀਆਂ ਦੇ ਕੋਲੋਂ ਬਾਜ ਤੜਵਾ ਦਿੱਤੇ। ਪਰ ਅੱਜ ਸਾਡੇ ਪ੍ਰਚਾਰਕ ਹੀ ਮੰਨਣ ਨੂੰ ਤਿਆਰ ਨਹੀਂ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਜੇ ਗੁਰਬਾਣੀ ਕਹਿੰਦੀ ਹੈ, ਗੁਰੂ ਸਾਹਿਬ ਦੇ ਬੋਲ ਕਹਿੰਦੇ ਨੇ ਤੇ ਸਤਿਗੁਰੂ ਝੂਠ ਨਹੀਂ ਬੋਲਦੇ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਵੀ ਸੱਚ ਬੋਲਣਾ ਚਾਹੀਦਾ ਹੈ, ਝੂਠ ਦਾ ਪਾਸਾ ਨਹੀਂ ਫੜਨਾ ਚਾਹੀਦਾ। ਤੇ ਸਿੱਖ ਦਾ ਫਰਜ਼ ਇਹ ਬਣਦਾ ਕਿ ਜੋ ਸਤਿਗੁਰੂ ਦੱਸਦੇ ਨੇ ਉਹਦੇ ਉੱਪਰ ਚੱਲਣਾ ਹੈ। ਮਹਾਰਾਜ ਕਹਿੰਦੇ ਐਸੀ ਹੈ ਪਰਮਾਤਮਾ ਦੀ ਭਗਤੀ ਭਾਈ, ਕੀੜੀ ਨੇ ਹਸਤੀ ਨੂੰ, ਹਾਥੀ ਨੂੰ ਜਿੱਤ ਲੈਣਾ ਕੀਤਾ ਹੈ। ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ। ਜਿਨ੍ਹਾਂ ਨੂੰ ਸਤਿਗੁਰੂ ਆਪਣਾ ਬਣਾ ਲੈਂਦੇ ਨੇ ਉਹਨਾਂ ਤੇ ਬਖਸ਼ਿਸ਼ ਇਹ ਕਰਦੇ ਨੇ ਕਿ ਅਭੈ ਦਾਨ ਦਿੱਤਾ, ਡਰ ਤੋਂ ਰਹਿਤ ਪਦਵੀ ਬਖਸ਼ਿਸ਼ ਕਰ ਦਿੱਤੀ ਹੈ। ਸਤਿਗੁਰੂ ਕੋਲੋਂ ਹੈ ਇਹ ਜਿਹੜੀ ਦਾਤ ਮਿਲਦੀ। ਜੇ ਮੂਲ ਮੰਤਰ ਦੇ ਵਿੱਚ ਮਹਾਰਾਜ ਨੇ ਕਿਹਾ ਹੈ ਨਾ ਕਿ ਪ੍ਰਮਾਤਮਾ ਨਿਰਭਉ ਤੇ ਨਿਰਵੈਰ ਹੈ, ਭਾਵ ਕਿ ਉਹਨੂੰ ਕਿਸੇ ਦਾ ਕੋਈ ਭੈ ਨਹੀਂ ਹੈ, ਅਭੈ ਹੈ ਉਹ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਸੇ ਤੋਂ ਡਰੇ ਨਹੀਂ ਹਨ। ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਫਿਰ ਕਿਸੇ ਤੋਂ ਡਰੇ ਨਹੀਂ ਹਨ। ਸ਼ਹੀਦੀ ਦੇ ਦਿੱਤੀ ਹੈ, ਡਰ ਦੇ ਵਿੱਚ ਆਣ ਕਰਕੇ ਆਪਣਾ ਧਰਮ ਨਹੀਂ ਛੱਡਿਆ ਤੇ ਆਪਣੇ ਸਿਧਾਂਤ ਤੋਂ ਇੱਧਰ ਨਹੀਂ ਹੋਏ, ਪਾਸਾ ਨਹੀਂ ਆਪਣਾ ਬਦਲਿਆ। ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦੇ ਦਿੱਤੀ ਹੈ ਤੇ ਅਵਸਥਾ ਕਿਹੜੀ ਰੱਖੀ ਹੈ? ਨਿਰਭਉ ਨਿਰਵੈਰ। ਤੇ ਜਿਹੜਾ ਸਿੱਖ ਵੀ ਸਤਿਗੁਰੂ ਸਾਹਿਬ ਮਹਾਰਾਜ ਦੀ ਸੇਵਾ ਕਰਦਾ ਉਹਨੂੰ ਫਿਰ ਅਭੈ ਦਾਨ ਦਿੱਤਾ, ਉਹਨੂੰ ਅਭੈ ਦੀ ਦਾਤ ਮਿਲ ਜਾਂਦੀ ਹੈ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੀ ਸਾਧ ਸੰਗਤ ਸਿੱਖਾਂ ਦੇ ਉੱਪਰ, ਇਸ ਧਰਤੀ ਦੇ ਆਮ ਗਰੀਬ ਲੋਕਾਂ ਦੇ ਉੱਪਰ ਕਿ ਅਭੈ ਪਦਵੀ ਦੇ ਦਿੱਤੀ ਸੀ। ਅਭੈ ਪਦਵੀ ਬਖਸ਼ਿਸ਼ ਹੋਣ ਕਰਕੇ ਹੀ ਮਹਾਰਾਜ ਨੇ ਏਡੇ ਵੱਡੇ ਯੁੱਧ ਲੜ ਲਏ ਤੇ ਹਿੰਦੁਸਤਾਨ ਦੀ ਧਰਤੀ ਤੇ ਸਦੀਆਂ ਤੋਂ ਚੱਲੇ ਆਉਂਦੇ ਹੋਏ ਮੁਗਲਿਆ ਸਲਤਨਤ, ਤੁਰਕਾਂ ਦੇ ਰਾਜ ਨੂੰ ਖਤਮ ਕਰ ਦਿੱਤਾ, ਜੜ੍ਹਾਂ ਪੁੱਟ ਦਿੱਤੀਆਂ। ਨਹੀਂ ਤੇ ਹਿੰਦੂ ਤੇ ਗੁਲਾਮ ਹੋ ਗਏ ਸਨ।
ਔਰ ਮੁਸਲਮਾਨਾਂ ਦੀ ਗੁਲਾਮੀ ਵਿੱਚ ਆਉਣਾ, ਆਪਣਾ ਧਰਮ ਤਬਦੀਲ ਕਰਨਾ, ਇਹ ਆਜ਼ਾਦੀ ਸਮਝਣ ਲੱਗ ਪਏ ਸਨ ਵੀ ਇਹੋ ਹੀ ਆਜ਼ਾਦੀ ਹੈ, ਮੁਸਲਮਾਨ ਬਣ ਜਾਓ। ਪਰ ਸਤਿਗੁਰੂ ਨੇ ਸਿੱਖਾਂ ਨੂੰ ਅਭੈ ਦਾਨ ਬਖਸ਼ਿਸ਼ ਕਰਕੇ ਯੁੱਧ ਲੜਵਾਏ ਔਰ ਜਿੱਤਾਂ ਪ੍ਰਾਪਤ ਕੀਤੀਆਂ। ਮਹਾਰਾਜ ਕਹਿੰਦੇ ਐਸੀ ਅਭੈ ਦਾਨ ਜਿਹੜਾ ਹੈ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਸਤਿਗੁਰੂ ਮਹਾਰਾਜ ਦੀ ਕਿਰਪਾ ਸਦਕਾ। ਸਿੰਘ ਬਿਲਾਈ ਹੋਏ ਗਇਓ ਰਣ ਮੇਦ ਕੀਤਾ। ਜੋ ਸਿੰਘ ਨਾਮ ਹੈ ਸ਼ੇਰ ਦਾ, ਸ਼ੇਰ ਜਿਹੜਾ ਹੈ ਇਹ ਬਿਲਾਈ ਬਿੱਲੀ ਬਣ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਉੱਪਰ ਬਖਸ਼ਿਸ਼ ਕਰ ਦੇਣ ਭਾਈ, ਉਹ ਇਹ ਸਾਰੇ ਕੰਮ ਕਰ ਸਕਦਾ ਹੈ। ਮਹਾਰਾਜ ਸਾਹਿਬ ਜੀ ਦੇ ਸਿੱਖ ਨੇ ਕੁੱਤਕਿਆਂ ਦੇ ਨਾਲ ਹੀ ਸ਼ੇਰ ਦਾ ਸ਼ਿਕਾਰ ਕਰ ਦਿੱਤਾ। ਭਾਈ ਕੇਹਰ ਸਿੰਘ ਨੇ ਤ੍ਰਿਣ ਮੇਰਦ ਕੀਤਾ। ਸਾਧ ਸੰਗਤ ਜਿਹੜਾ ਸਮੇਰ ਪਰਬਤ ਹੈ ਉਹ ਇੰਨਾ ਕੁ ਲੱਗਣ ਲੱਗ ਪਿਆ ਜਿਵੇਂ ਕੋਈ ਘਾਹ ਦਾ ਤਿਨਕਾ ਪਿਆ ਹੋਵੇ, ਕੋਈ ਤੀਲਾ ਪਿਆ ਹੋਵੇ। ਇੰਨਾ ਵੱਡਾ ਬਲ ਮਹਾਰਾਜ ਸਾਨੂੰ ਬਖਸ਼ਿਸ਼ ਕਰ ਦਿੰਦੇ ਹਨ। ਚਮਕੌਰ ਦੀ ਗੜੀ ਵਿੱਚ ਸਤਿਗੁਰੂ ਦੇ ਸਿੱਖਾਂ ਨੇ ਮਹਾਰਾਜ ਤੋਂ ਅਭੈ ਦਾਨ ਪ੍ਰਾਪਤ ਕਰਕੇ, ਬਖਸ਼ਿਸ਼ ਪ੍ਰਾਪਤ ਕਰਕੇ 10 ਲੱਖ ਦੇ ਨਾਲ ਲੜ ਜਾਣਾ ਕੀਤਾ। ਉਹਨਾਂ ਨੂੰ ਇੰਨੀ ਵੱਡੀ ਫੌਜ ਤੁਛ ਲੱਗੀ ਹੈ। ਸਾਧ ਸੰਗਤ ਸਿੱਖ ਵੱਡੇ ਤੋਂ ਵੱਡਾ ਕੰਮ ਕਰ ਜਾਂਦਾ ਹੈ ਜੇਕਰ ਸਤਿਗੁਰੂ ਦੀ ਬਖਸ਼ਿਸ਼ ਮਾਣਦਾ ਹੋਵੇ, ਬਖਸ਼ਿਸ਼ ਦਾ ਪਾਤਰ ਹੋਵੇ ਤਾਂ। ਰਾਮ ਕਰਕੇ ਦਮ ਆਦਿਕ ਤੇ ਗਣਿਤ ਨੀਤਾ। ਐਸੀ ਬਖਸ਼ਿਸ਼ ਹੋ ਗਈ ਹੈ ਹੁਣ ਗੁਰੂ ਸਾਹਿਬ ਦੀ ਸੰਗਤ ਕਰਕੇ, ਮਹਾਰਾਜ ਦੇ ਪਿਆਰਿਆਂ ਦੀ ਸੰਗਤ ਕਰਕੇ। ਸ਼ਰਮ ਦਾ ਭਾਵ ਹੈ ਸਾਧ ਸੰਗਤ ਥਕਾਵਟ, ਯਤਨ ਕਰਨੇ, ਥੱਕਦੇ ਰਹਿਣਾ, ਭਾਵ ਕਿ ਲੱਗੇ ਰਹਿਣਾ ਕਿਸੇ ਕੰਮ ਦੇ ਵਿੱਚ, ਕਹਿਣਾ ਇਹ ਬੜਾ ਸ਼ਰਮ ਕਰਦਾ ਹੈ। ਮਹਾਰਾਜ ਕਹਿੰਦੇ ਸ਼ਰਮ ਕਰਦੇ ਸੀ ਕਿਹਦੇ ਵਾਸਤੇ? ਦਮ ਆੜ ਕੋ, ਅੱਧੀ ਕੌਡੀ ਵਾਸਤੇ। ਤੇ ਹੁਣ ਕੀ ਬਖਸ਼ਿਸ਼ ਹੋ ਗਈ ਹੈ? ਉਹ ਹੁਣ ਗਣਿਤ ਨੀਤਾ, ਹੁਣ ਉਹ ਧਣੀ ਗਿਣੇ ਜਾਣ ਲੱਗ ਪਏ ਨੇ, ਭਾਵ ਕਿ ਮਾਇਆ ਦੀ ਕੋਈ ਕਮੀ ਨਹੀਂ ਰਹਿ ਗਈ। ਜਿਹੜੇ ਅੱਗੇ ਇੱਕ ਇੱਕ ਅੱਧੀ ਕੌਡੀ ਨੂੰ, ਅੱਧੇ ਦਾਮ ਨੂੰ, ਅੱਧੇ ਰੁਪਈਆਂ ਨੂੰ ਦੌੜਦੇ ਫਿਰਦੇ ਸਨ, ਯਤਨ ਕਰਦੇ ਸਨ, ਉਹ ਧਣੀ ਬਣ ਗਏ ਹਨ। ਮਹਾਰਾਜ ਸਾਹਿਬ ਕਹਿੰਦੇ ਕਿਹੜੀ ਵਡਿਆਈ ਕਹਿਣੀ ਕਰੀਏ ਸਤਿਗੁਰੂ ਦੀ, ਮਹਾਰਾਜ ਦੀ ਕਿੰਨੀ ਮਹਿਮਾ ਕਰੀਏ। ਸਾਧ ਸੰਗਤ ਜਿਹੜੇ ਬੋਲ ਹਨ, ਲਫ਼ਜ਼ ਹਨ, ਇਹ ਮੁੱਕ ਜਾਂਦੇ ਹਨ ਜੇਕਰ ਸਤਿਗੁਰੂ ਦੀ ਵਡਿਆਈ ਕਰਨ ਲੱਗ ਪਈਏ ਤਾਂ। ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰੀਏ ਤਾਂ ਬੁੱਧੀ ਦੇ ਜਿਹੜਾ ਘੇਰਾ ਹੈ ਨਾ, ਬੁੱਧੀ ਦਾ ਜੋ ਮੰਡਲ ਹੈ ਇਹ ਛੋਟਾ ਰਹਿ ਜਾਂਦਾ ਹੈ। ਮਹਾਰਾਜ ਸਾਹਿਬ ਦੇ ਗੁਣਾਂ ਦੀ ਵਡਿਆਈ ਕਰਦਿਆਂ ਕਰਦਿਆਂ ਆਪਣੇ ਬੋਲ, ਆਪਣੇ ਲਫ਼ਜ਼ ਊਣੇ ਰਹਿ ਜਾਂਦੇ ਹਨ, ਇਹ ਪੂਰੇ ਨਹੀਂ ਉਤਰਦੇ। ਸਤਿਗੁਰੂ ਦੀ ਮਹਿਮਾ ਬੇਅੰਤ ਹੈ, ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਕਿਹੜੀ ਵਡਿਆਈ ਮਹਾਰਾਜ ਸਾਹਿਬ ਜੀ ਕਰੀਏ, ਕਿਹੜੇ ਕਿਹੜੇ ਗੁਣ ਜਿਹੜੇ ਹਨ ਉਹ ਆਪ ਜੀ ਦੇ ਕਹਿ ਸਕੀਏ। ਹੈ ਬੇਅੰਤ ਸਤਿਗੁਰੂ ਜੀ, ਬੇਅੰਤ ਗੁਣਾਂ ਦੇ ਮਾਲਕ ਮਹਾਰਾਜ, ਇਹ ਤਾਂ ਆਪ ਹੀ ਸਤਿਗੁਰੂ ਜੀ ਤਰਸ ਕਰਕੇ, ਰਹਿਮਤ ਕਰਕੇ ਆਪਣੇ ਸੇਵਕ ਦੇ ਉੱਪਰ ਸੇਵਾ ਲੈ ਲੈਂਦੇ ਨੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਮਹਾਰਾਜ ਕਹਿੰਦੇ ਹੈ ਗੁਣਾਂ ਦੇ ਖਜ਼ਾਨੇ ਸਤਿਗੁਰੂ, ਆਪ ਜੀ ਦੇ ਗੁਣ ਉਹੋ ਹੀ ਗਾਉਂਦਾ ਹੈ। ਜਾ ਕੋ ਕਿਰਪਾ ਧਾਰੀ, ਜਿਨ੍ਹਾਂ ਤੋਂ ਤੂੰ ਕਿਰਪਾ ਕਰ ਦਿੰਦਾ ਹੈ, ਬਖਸ਼ਿਸ਼ ਕਰ ਦਿੰਦੇ ਹੋ। ਕਰ ਕਿਰਪਾ ਮੈਂ ਨਾਮ ਦੇਹੋ, ਨਾਨਕ ਦਰਸ ਰੀਤਾ। ਮੰਗ ਕੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਦੇ ਦਿਓ ਜੀ, ਆਪਣਾ ਨਾਮ ਮੇਰੀ ਝੋਲੀ ਦੇ ਵਿੱਚ ਪਾ ਦਿਓ। ਤੇਰੇ ਨਾਮ ਨੂੰ ਮੈਂ ਮੰਗਦਾ ਹਾਂ, ਤੇਰੇ ਦਰ ਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਹਾਰਾਜ ਮੈਂ ਤੇਰੇ ਦਰ ਦਾ ਮੰਗਤਾ ਹਾਂ, ਤੇਰੇ ਦਰ ਦਾ ਮਹਾਰਾਜ ਮੈਂ ਗੁਲਾਮ ਹਾਂ। ਇਹ ਬਖਸ਼ਿਸ਼ ਮੇਰੇ ਤੇ ਕਰੋ ਕਿ ਮਹਾਰਾਜ ਮੈਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿਓ। ਅਸੀਂ ਗੁਰੂ ਘਰ ਤੋਂ ਸਾਧ ਸੰਗਤ ਬਹੁਤ ਕੁਝ ਮੰਗਦੇ ਰਹਿੰਦੇ ਹਾਂ, ਬੜਾ ਕੁਝ ਮੰਗਦੇ, ਪਰ ਸਤਿਗੁਰੂ ਦੇ ਕੋਲੋਂ ਇਹ ਵੀ ਦਾਤ ਮੰਗ ਲਿਆ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਇੱਕ ਤੀਜਾ ਨਾਮ ਪਿਆਰੀ ਜੀਓ। ਇੱਕ ਨਾਮ ਜਿਹੜੀ ਆਪ ਜੀ ਦੀ ਬਹੁਤ ਵਸਤੂ ਪਿਆਰੀ ਹੈ ਉਹ ਦੇ ਦਿਓ,
ਮਹਾਰਾਜ ਕਹਿੰਦੇ ਤੇਰੇ ਦਰ ਦਾ ਸਰੀਤਾ, ਗੁਲਾਮ ਹਾਂ ਗੋਲਾ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮਹਾਰਾਜ ਕਹਿੰਦੇ ਤੇਰੇ ਦਰ ਦਾ ਮੈਂ ਗੁਲਾਮ ਹਾਂ ਗੋਲਾ ਹਾਂ। ਇਹ ਬਖਸ਼ਿਸ਼ ਮੇਰੇ ਤੇ ਮਹਾਰਾਜ ਕਰ ਕਿ ਮੈਨੂੰ ਨਾਮ ਮਿਲ ਜਾਏ। ਔਰ ਜਿਸ ਸਿੱਖ ਨੂੰ ਸਾਧ ਸੰਗਤ ਨਾਮ ਦੀ ਬਖਸ਼ਿਸ਼ ਮਿਲ ਜਾਇਆ ਕਰਦੀ ਹੈ, ਉਹ ਸਿੱਖ ਵਡਭਾਗੇ ਹਨ, ਉਹ ਧਨੀ ਹਨ, ਉਹ ਅਮੀਰ ਹਨ। ਉਹਨਾਂ ਦਾ ਸੰਸਾਰ 'ਤੇ ਆਇਆ ਹੋਇਆ ਸਫਲਾ ਹੋ ਜਾਂਦਾ ਹੈ। ਸਮੇਂ ਅਨੁਸਾਰ ਇਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਆਪਣਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ